ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਕੋਸ਼ਿਸ਼ ਹੁੰਦੀ ਹੈ ਸਟੱਡੀ ਵੀਜ਼ਾ ਨਾਲ ਰਿਲੇਟਡ ਹਰ ਇੰਪੋਰਟੈਂਟ ਇਨਫੋਰਮੇਸ਼ਨ ਨੂੰ ਤੁਹਾਡੇ ਤੱਕ ਪਹੁੰਚਾਇਆ ਜਾਵੇ। ਸੋ ਅੱਜ ਦਾ ਜਿਹੜਾ ਇੰਪੋਰਟੈਂਟ ਵਿਸ਼ਾ ਰਹੂਗਾ, ਜਿਹੜਾ ਟੌਪਿਕ ਰਹੂਗਾ ਇਸ ਸ਼ੋਅ ਦਾ, ਉਹ ਹੈਗਾ ਪੁਆਇੰਟ ਬੇਸ ਸਿਸਟਮ UK ਸਟੱਡੀ ਵੀਜ਼ਾ। ਸੋ ਉਹਦੇ ਵਿੱਚ ਜਿਹੜੇ ਬਦਲਾਅ ਆ ਗਏ ਨੇ ਉਹਨੂੰ ਹੁਣ ਸਮਝਣ ਦੀ ਲੋੜ ਹੈ। ਇਹ ਬਦਲਾਅ 1 ਜਨਵਰੀ 2021 ਤੋਂ ਤੁਹਾਡੇ ਕੇਸਾਂ ਤੇ ਅਪਲਾਈ ਹੋਣਗੇ। ਸੋ ਨਵਾਂ ਪੁਆਇੰਟ ਬੇਸ ਸਿਸਟਮ ਸਟੱਡੀ ਵੀਜ਼ਾ ਨੂੰ ਲੈ ਕੇ ਕੀ ਬਣਿਆ, ਸੋ ਅੱਜ ਦੀ ਝਾਤ ਆਪਾਂ ਉਹਦੇ ਤੇ ਮਾਰਾਂਗੇ। ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਹਰ ਇੰਪੋਰਟੈਂਟ ਔਰ ਲੇਟੈਸਟ ਇਨਫੋਰਮੇਸ਼ਨ ਦੇ ਨਾਲ ਤੁਸੀਂ ਹਮੇਸ਼ਾ ਜੁੜੇ ਰਹੋ। ਸੋ ਅੱਜ ਦੇ ਮੇਨ ਟੌਪਿਕ ਤੋਂ ਆਪਾਂ ਸ਼ੁਰੂ ਕਰਦੇ ਹਾਂ ਕਿ ਪੁਆਇੰਟ ਬੇਸ ਸਿਸਟਮ ਇਹ ਕਿਸ ਤਰ੍ਹਾਂ ਦਾ ਚੱਲੇਗਾ। ਸੋ ਪ੍ਰੈਜ਼ੈਂਟ ਕੀ ਹੈ? ਪ੍ਰੈਜ਼ੈਂਟ ਆਪਾਂ ਨੂੰ ਚਾਹੀਦੇ ਹੁੰਦੇ ਨੇ ਸਟੱਡੀ ਵੀਜ਼ਾ ਲਈ 40 ਪੁਆਇੰਟਸ। ਇਹ 40 ਪੁਆਇੰਟਸ ਕਿੱਦਾਂ ਪੂਰੇ ਹੁੰਦੇ ਨੇ? ਆਪਾਂ ਨੂੰ 30 ਪੁਆਇੰਟ ਮਿਲ ਜਾਂਦੇ ਨੇ ਕਾਸ ਦੇ ਜਦੋਂ ਆਪਣੀ ਯੂਨੀਵਰਸਿਟੀ 'ਚ ਐਡਮਿਸ਼ਨ ਹੋ ਜਾਂਦੀ ਹੈ। ਉਹਦੇ ਸਾਰੇ ਆਪਾਂ ਰਿਕੁਆਇਰਮੈਂਟਸ ਨੂੰ ਪੂਰਾ ਕਰ ਦਿੰਦੇ ਹਾਂ ਤੇ ਆਪਾਂ ਨੂੰ 30 ਪੁਆਇੰਟ ਕਲੇਮ ਹੋ ਜਾਂਦੇ ਆ। ਔਰ 10 ਪੁਆਇੰਟ ਆਪਾਂ ਨੂੰ ਮਿਲ ਜਾਂਦੇ ਨੇ ਫੰਡ ਦੇ ਜਦੋਂ ਆਪਾਂ 28 ਦਿਨ ਪੁਰਾਣੇ ਫੰਡਸ ਉਹਨਾਂ ਨੂੰ ਸਬਮਿਟ ਕਰ ਦਿੰਦੇ ਆ ਜਾਂ ਸ਼ੋਅ ਕਰ ਦਿੰਦੇ ਆ। ਸੋ 40 ਪੁਆਇੰਟ ਸੌਖੇ ਪੂਰੇ ਹੋ ਜਾਂਦੇ ਸੀਗੇ, ਕਹਾਣੀ ਖਤਮ ਹੋ ਜਾਂਦੀ ਸੀ। ਸੈਪਟੈਂਬਰ ਇਨਟੇਕ ਐਸੇ ਤੇ ਚੱਲੂਗਾ। ਜਨਵਰੀ ਇਨਟੇਕ ਦੇ ਵਿੱਚ ਜਿਹੜਾ ਹੈਗਾ ਜੀ ਇਹ ਚੇਂਜ ਹੋਊਗਾ, ਪਰ ਪੂਰਾ ਜਨਵਰੀ ਇਨਟੇਕ ਚੇਂਜ ਨਹੀਂ ਹੋਊਗਾ ਕਿਉਂਕਿ ਡਿਪੈਂਡ ਕਰੂਗਾ ਤੁਸੀਂ ਫਾਈਲ ਕਦੋਂ ਲਾ ਰਹੇ ਹੋ। ਅਗਰ ਤੁਹਾਡੀ ਫਾਈਲ 1 ਜਨਵਰੀ ਤੋਂ ਪਹਿਲਾਂ ਲੱਗ ਰਹੀ ਹੈ, ਮਤਲਬ 31 ਦਸੰਬਰ ਤੋਂ ਵੀ ਪਹਿਲਾਂ ਲੱਗ ਰਹੀਆਂ ਨੇ, ਤਾਂ ਪੁਰਾਣਾ ਸਿਸਟਮ 40 ਪੁਆਇੰਟ ਵਾਲਾ ਲਾਗੂ ਹੋਊਗਾ। ਬਟ ਅਗਰ ਤੁਸੀਂ 1 ਜਨਵਰੀ ਤੋਂ ਬਾਅਦ ਤੁਹਾਡੀਆਂ ਫਾਈਲਾਂ ਲੱਗੀਆਂ ਜਾਂ ਕਾਸ ਲੈਟਰ ਲੇਟ ਆਏ ਤਾਂ ਡੈਫੀਨੇਟਲੀ ਜਿਹੜਾ ਨਵਾਂ ਪੁਆਇੰਟ ਬੇਸ ਸਿਸਟਮ ਹੈ ਉਹ ਅਪਲਾਈ ਹੋਊਗਾ। ਨਵੇਂ ਪੁਆਇੰਟ ਬੇਸ ਸਿਸਟਮ ਦੇ ਵਿੱਚ ਆਪਾਂ ਨੂੰ ਚਾਹੀਦੇ ਹੁੰਦੇ ਨੇ ਟੋਟਲ 70 ਪੁਆਇੰਟ ਸੋ 70 ਪੁਆਇੰਟ ਆਪਾਂ ਨੂੰ ਨਵੇਂ ਜਿਹੜਾ ਪੁਆਇੰਟ ਬੇਸ ਸਿਸਟਮ ਹੈ UK ਦਾ ਸਟੱਡੀ ਵੀਜ਼ਾ ਦੇ ਲਈ, ਉਹਦੇ 'ਚ 70 ਪੁਆਇੰਟਸ ਚਾਹੀਦੇ ਹੋਣਗੇ। ਸੋ ਇਹ 70 ਪੁਆਇੰਟ ਕਿੱਦਾਂ ਪੂਰੇ ਹੋਣਗੇ ਉਹਦੇ ਬਾਰੇ ਵੀ ਤੁਹਾਨੂੰ ਅੱਜ ਇਨਫੋਰਮੇਸ਼ਨ ਇਸ ਸ਼ੋਅ ਦੇ ਵਿੱਚ ਮੈਂ ਦਵਾਂਗਾ। ਔਰ ਨਾਲ ਮੈਂ ਇਹ ਵੀ ਪਹਿਲਾਂ ਤੁਹਾਨੂੰ ਐਡਵਾਈਸ ਕਰੂੰਗਾ ਕਿ ਕਿਉਂ ਮੈਂ ਕੁਝ ਦਿਨਾਂ ਤੋਂ ਇਹ ਕਹਿ ਰਿਹਾ ਕਿ ਸੈਪਟੈਂਬਰ ਇਨਟੇਕ UK ਵਾਲੇ ਬੱਚੇ ਮਿਸ ਨਾ ਕਰਨ। ਸੋ ਜਿਹੜਾ ਨਵਾਂ ਪੁਆਇੰਟ ਬੇਸ ਸਿਸਟਮ ਆ, ਪਹਿਲਾਂ ਮੈਂ ਦੱਸ ਦਿੰਦਾ ਤੁਹਾਨੂੰ ਕਿ 70 ਪੁਆਇੰਟ ਕਿੱਦਾਂ ਪੂਰੇ ਹੋਣਗੇ। ਆਪਣੇ 40 ਪੂਰੇ ਹੋ ਜਾਂਦੇ ਸੀ ਕਾਸ ਔਰ ਫੰਡ ਦੇ ਨਾਲ, ਪਰ ਇੱਥੇ 70 ਕਿੱਦਾਂ ਪੂਰੇ ਹੋਣਗੇ। ਸੋ ਇੱਥੇ ਜਿਹੜੇ 70 ਪੁਆਇੰਟ ਹੈ ਉਹਨਾਂ ਵਿੱਚੋਂ 50 ਪੁਆਇੰਟ ਹੁਣ ਕਾਸ ਲੈਟਰ ਤੋਂ ਮਿਲਣਗੇ। ਮਤਲਬ ਜਿਹੜਾ ਤੁਸੀਂ ਆਪਾਂ ਕਾਲਜ ਤੋਂ ਜਾਂ ਯੂਨੀਵਰਸਿਟੀ ਤੋਂ ਕਾਸ ਲੈਟਰ ਲੈਂਦੇ ਆ, ਉਹਦੇ 50 ਪੁਆਇੰਟ ਨੇ। ਬਟ ਉਹਦੇ ਵੀ ਜਿਹੜੇ 50 ਪੁਆਇੰਟ ਨੇ ਉਹ ਫਰਦਰ 5 ਕੈਟਾਗਰੀਜ਼ ਦੇ ਵਿੱਚ ਨੇ। ਇੱਕ 10 ਪੁਆਇੰਟ ਓਵਰਆਲ ਕਾਸ ਲੈਟਰ ਦੇ ਨੇ, 10 ਪੁਆਇੰਟ ਤੁਹਾਡੇ ਕੋਰਸ ਦੀ ਰਿਕੁਆਇਰਮੈਂਟ ਦੇ, ਮਤਲਬ ਜਿਹੜੀ ਕੋਰਸ ਤੁਸੀਂ ਕਰਨ ਜਾ ਰਹੇ ਹੋ ਕਿ ਉਹਦੀਆਂ ਤੁਸੀਂ ਰਿਕੁਆਇਰਮੈਂਟਸ ਮੀਟ ਕਰਦੇ ਹੋ, ਉਹਦੇ ਵੀ ਪੁਆਇੰਟਸ ਨੇ। ਉਸ ਕੋਰਸ ਦੇ ਲੈਵਲ ਦੀਆਂ ਰਿਕੁਆਇਰਮੈਂਟਸ ਪੂਰੀਆਂ ਕਰਦੇ ਹੋ, ਮਤਲਬ ਉਹ ਅਪਰੂਵਡ ਕੋਰਸ ਹੈ, ਉਹਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਕਿ ਉਹ ਪੂਰੀਆਂ ਹੁੰਦੀਆਂ ਨੇ, ਉਹਦੇ ਵੀ ਪੁਆਇੰਟਸ ਨੇ। ਤੁਸੀਂ ਕਿਹੜੀ ਲੋਕੇਸ਼ਨ ਤੇ ਜਾ ਰਹੇ ਹੋ ਔਰ ਉਸ ਲੋਕੇਸ਼ਨ ਦੀਆਂ ਕੀ ਰਿਕੁਆਇਰਮੈਂਟਸ ਨੇ, ਕੀ ਤੁਸੀਂ ਉਹ ਪੂਰੀਆਂ ਕਰਦੇ ਹੋ, ਉਹਦੇ ਵੀ ਪੁਆਇੰਟਸ ਨੇ। ਸੋ ਇੱਥੇ ਕਈ ਤਰ੍ਹਾਂ ਦੇ ਮਲਟੀਪਲ ਪੁਆਇੰਟਸ ਹੋ ਗਏ। ਤੁਹਾਨੂੰ ਮੇਰੇ ਨਾਲ ਸਕਰੀਨ ਤੇ ਚਾਰਟ ਇੱਕ ਦਿਖ ਰਿਹਾ ਹੋਊਗਾ, ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ। ਸੋ ਇਸ ਤੋਂ ਇਲਾਵਾ ਹੁਣ ਜਿਹੜੇ ਬਾਕੀ 20 ਪੁਆਇੰਟ ਨੇ ਉਹ ਕਿੱਥੋਂ ਆਣਗੇ? ਇਹਦੇ ਵਿੱਚੋਂ ਜਿਹੜੇ 10 ਪੁਆਇੰਟ ਹੈ ਉਹ ਤੁਹਾਡੇ ਫੰਡ ਦੇ ਜਿੱਦਾਂ ਪਹਿਲਾਂ ਮਿਲਦੇ ਸੀ ਉਹ ਹੁਣ ਵੀ ਮਿਲਦੇ ਰਹਿਣਗੇ। 28 ਦਿਨ ਪੁਰਾਣੇ ਤੁਸੀਂ ਫੰਡ ਦਿਖਾ ਕੇ ਜਾ ਸਕਦੇ। ਬਟ ਇਹਦੇ ਨਾਲ ਹੁਣ ਇੰਗਲਿਸ਼ ਲੈਂਗੁਏਜ ਪ੍ਰੋਫੈਂਸੀ ਦੇ ਅਲੱਗ ਤੋਂ 10 ਪੁਆਇੰਟ ਹੋ ਚੁੱਕੇ ਨੇ। ਮਤਲਬ ਤੁਹਾਨੂੰ 10 ਪੁਆਇੰਟ ਅਲੱਗ ਤੋਂ ਕਲੇਮ ਕਰਨੇ ਪੈਣਗੇ ਇੰਗਲਿਸ਼ ਦੇ। ਉਹ ਕਿੱਦਾਂ ਪੂਰੇ ਹੋਣਗੇ? ਯੂਨੀਵਰਸਿਟੀ ਤੁਹਾਨੂੰ ਕਿਹੜੀ ਗਾਈਡਲਾਈਨ ਤੇ ਐਡਮਿਸ਼ਨ ਦਿੰਦੀ ਹੈ ਉਹ ਵੱਖਰੀ ਗੱਲ ਹੈ, ਕਿੰਨੇ ਪਰਸੈਂਟੇਜ ਤੇ ਦਿੰਦੀ ਹੈ ਉਹ ਵੱਖਰੀ ਗੱਲ ਹੈ, ਇੰਗਲਿਸ਼ ਦੇ ਕਿੰਨੇ ਪਰਸੈਂਟੇਜ ਤੇ ਦਿੰਦੀ ਹੈ ਉਹ ਵੱਖਰੀ ਗੱਲ ਹੈ। ਉਸ ਤੋਂ ਇਲਾਵਾ ਇਹ 10 ਪੁਆਇੰਟ ਕਲੇਮ ਕਰਨ ਦੇ ਸਿਰਫ 4 ਤਰੀਕੇ ਅੰਬੈਸੀ ਵੱਲੋਂ ਦੱਸੇ ਗਏ ਨੇ ਔਰ ਉਹਨਾਂ 4 ਚੋਂ ਹੀ ਇੱਕ ਦੇ ਵਿੱਚ ਹੁਣ ਤੁਹਾਨੂੰ ਫਿੱਟ ਹੋਣਾ ਪਊਗਾ। ਸੋ ਕਿਹੜੇ ਨੇ ਉਹ 4 ਤਰੀਕੇ, ਉਹ ਤੁਹਾਨੂੰ ਮੈਂ ਦੱਸ ਦਿੰਦਾ। ਪਹਿਲੀ ਚੀਜ਼, ਅਗਰ ਤੁਸੀਂ ਕਿਸੇ ਐਸੇ ਦੇਸ਼ ਤੋਂ ਹੋ ਜਿੱਥੇ ਇੰਗਲਿਸ਼ ਲੈਂਗੁਏਜ ਐਜ਼ ਅ ਫਸਟ ਲੈਂਗੁਏਜ ਤਾਂ ਤੁਸੀਂ ਐਗਜ਼ੈਂਪਟਡ ਹੋ। ਬਟ ਆਪਾਂ ਇੰਡੀਆ ਦੇ ਵਿੱਚ ਰਹਿੰਦੇ ਹਾਂ, ਸੋ ਇੱਥੇ ਇੰਗਲਿਸ਼ ਫਸਟ ਲੈਂਗੁਏਜ ਨਹੀਂ ਗੀ, ਸੋ ਆਪਾਂ ਐਗਜ਼ੈਂਪਟਡ ਨਹੀਂ ਹੈਗੇ। ਨਾਓ ਸੈਕੰਡ ਵੇ ਕੀ ਹੈ ਕਿ ਤੁਸੀਂ ਉੱਥੇ ਆਲਰੇਡੀ ਪੜ੍ਹ ਰਹੇ ਹੋ ਜਾਂ ਪੜ੍ਹ ਚੁੱਕੇ ਹੋ ਔਰ ਤੁਸੀਂ ਦੁਬਾਰਾ ਆਪਣੀ ਐਕਸਟੈਂਸ਼ਨਸ ਲੈ ਰਹੇ ਹੋ, ਨਵਾਂ ਵੀਜ਼ਾ ਲੈ ਰਹੇ ਹੋ, ਤਾਂ ਵੀ ਤੁਹਾਨੂੰ ਇੰਗਲਿਸ਼ ਦੀ ਰਿਕੁਆਇਰਮੈਂਟ ਪੂਰੀ ਨਹੀਂ ਕਰਨੀ ਪਊਗੀ। ਤੁਹਾਨੂੰ ਸਿੱਧੇ 10 ਪੁਆਇੰਟ ਮਿਲ ਜਾਣਗੇ ਅਗਰ ਤੁਸੀਂ ਪੁਰਾਣੇ UK ਦੇ ਸਟੂਡੈਂਟ ਹੋ। ਨਾਓ ਦ ਥਰਡ ਵਨ ਇਜ਼ ਕਿ ਹੁਣ ਕਿ ਜਾਂ ਤੁਸੀਂ ਕੋਈ ਵੀ ਜਿਹੜੇ ਐਗਜ਼ਾਮਸ ਨੇ IELTS, PT, TOEFL, Duolingo, ਇਹ ਜਿਹੜੇ ਐਗਜ਼ਾਮਸ ਨੇ, ਅਗਰ ਇਹ ਐਗਜ਼ਾਮ ਤੁਸੀਂ ਕਲੀਅਰ ਕੀਤੇ ਹੋਏ ਆ ਤਾਂ ਵੀ ਤੁਸੀਂ ਆਪਣੇ 10 ਪੁਆਇੰਟ ਕਲੇਮ ਕਰ ਸਕੋ। ਇਹਦਾ ਕਿੰਨਾ ਸਕੋਰ ਹੋਊਗਾ ਉਹ ਡਿਪੈਂਡ ਕਰੂਗਾ ਕੋਰਸ ਦੀ ਰਿਕੁਆਇਰਮੈਂਟ ਕੀ ਕਹਿੰਦੀ ਹੈ, ਉਹ ਕਿੰਨਾ ਸਕੋਰ ਮੰਗਦੀ ਹੈ। ਸੋ ਉਹਦੇ ਹਿਸਾਬ ਨਾਲ ਤੁਹਾਨੂੰ ਸਕੋਰ ਚਾਹੀਦਾ ਹੋਊਗਾ। ਐਂਡ ਫੋਰਥ ਵੇ ਹੈ, ਅਗਰ ਤੁਸੀਂ ਇੰਡੀਆ 'ਚ ਸਾਰੀ ਡਿਗਰੀ ਕੀਤੀ ਹੋਈ ਹੈ
ਇੰਗਲਿਸ਼ ਮੀਡੀਅਮ ਦੇ ਵਿੱਚ ਆਪਣੀ ਸਾਰੀ ਪੜ੍ਹਾਈ ਕੀਤੀ ਹੋਈ ਹੈ ਇੰਗਲਿਸ਼ ਮੀਡੀਅਮ ਦੇ ਵਿੱਚ, ਜਿਹਨੂੰ ਆਪਾਂ MOI ਕਹਿ ਦਿੰਦੇ ਹਾਂ, ਮੀਡੀਅਮ ਆਫ ਇੰਸਟਰਕਸ਼ਨ। ਬਟ ਇੱਥੇ ਮੀਡੀਅਮ ਆਫ ਇੰਸਟਰਕਸ਼ਨ ਇਕੱਲਾ ਕਾਲਜ ਦਾ ਲੈਣ ਦਾ ਨਹੀਂ ਸਰਨਾ, ਤੁਹਾਡਾ ਸਕੂਲ ਤੋਂ ਲੈ ਕੇ ਕਾਲਜ ਤੱਕ ਦੀ ਜੇ ਪੜ੍ਹਾਈ ਕੀਤੀ ਹੋਈ ਹੈ, ਤੁਸੀਂ ਗ੍ਰੈਜੂਏਟ ਹੋਏ ਹੋ ਇੱਥੇ, ਤਾਂ ਸਾਰੀ ਪੜ੍ਹਾਈ ਇੰਗਲਿਸ਼ ਮੀਡੀਅਮ 'ਚ ਹੋਣੀ ਚਾਹੀਦੀ ਹੈ, ਤਾਂ ਵੀ ਤੁਸੀਂ ਇਹ 10 ਪੁਆਇੰਟ ਕਲੇਮ ਕਰ ਸਕੋ। ਸੋ ਇੱਥੇ ਉਹ ਬੱਚੇ ਜਿਹੜੇ ਪੰਜਾਬੀ ਮੀਡੀਅਮ 'ਚ ਗ੍ਰੈਜੂਏਟ ਨੇ, ਤਾਂ ਮੈਂ ਉਹਨਾਂ ਨੂੰ ਦੱਸ ਦਿੰਦਾ ਕਿ ਉਹਨਾਂ ਨੂੰ ਹੁਣ ਆਈਲੈਟਸ ਮੈਂਡੇਟਰੀ ਹੋ ਗਿਆ। ਸੈਪਟੈਂਬਰ ਇਨਟੇਕ 'ਚ ਕਈ ਯੂਨੀਵਰਸਿਟੀਆਂ ਉਹਨਾਂ ਨੂੰ MOI ਨਾਲ ਲੈ ਕੇ ਜਾ ਸਕਦੀਆਂ ਸੀ, ਬਟ ਜਨਵਰੀ ਇਨਟੇਕ 'ਚ ਜ਼ਰੂਰੀ ਨਹੀਂਗਾ ਕਿ ਉਹ ਜਾ ਸਕਣ, ਕਿਉਂਕਿ ਉਹਨਾਂ ਨੂੰ ਸ਼ਾਇਦ ਹੁਣ ਆਇਲਸ ਦੀ ਰਿਕੁਆਇਰਮੈਂਟ ਮੈਂਡੇਟਰੀ ਹੋ ਜੂਗੀ। ਸੋ ਇੱਥੇ ਇਹਨਾਂ ਚੀਜ਼ਾਂ ਨੂੰ ਸਮਝੋ। ਅਗਰ ਤੁਸੀਂ ਇਹਨੂੰ ਡਿਟੇਲ 'ਚ ਸਮਝਣ 'ਚ ਕਾਮਯਾਬ ਹੁੰਦੇ ਹੋ ਜਾਂ ਕਨਫਿਊਜ਼ਨ ਹੈ, ਤੁਸੀਂ ਕੰਟੈਕਟ ਕਰਕੇ ਆਪਣਾ ਸਵਾਲ ਜਿਹੜਾ ਸਾਨੂੰ ਪੁੱਟ ਔਨ ਕਰ ਸਕਦੇ ਹੋ। ਬਟ ਸੈਪਟੈਂਬਰ ਇਨਟੇਕ ਸਭ ਤੋਂ ਜ਼ਿਆਦਾ ਰਿਲੈਕਸਡ ਹੈ, ਔਰ ਜਨਵਰੀ ਇਨਟੇਕ ਦੇ ਵਿੱਚ ਡੈਫੀਨੇਟਲੀ ਕਈ ਬੱਚੇ ਇਨਐਲੀਜੀਬਲ ਹੋ ਸਕਦੇ ਨੇ, ਜਿਨ੍ਹਾਂ ਨੂੰ ਸ਼ਾਇਦ ਪਹਿਲਾਂ ਆਫਰਾਂ ਵੀ ਮਿਲੀਆਂ ਹੁਣ ਔਰ ਨਵੇਂ ਪੁਆਇੰਟ ਬੇਸ ਸਿਸਟਮ ਨੂੰ ਉਹ ਫੁੱਲਫਿਲ ਨਾ ਕਰ ਸਕਣ। ਸੋ ਇਹ ਚੀਜ਼ਾਂ ਨੂੰ ਸਮਝਦੇ ਹੋਏ ਆਪਣੀਆਂ ਫਾਈਲਸ ਨੂੰ ਟਾਈਮ ਸਿਰ ਤਿਆਰ ਕਰੋ, ਸੈਪਟੈਂਬਰ ਇਨਟੇਕ ਨੂੰ ਮਿਸ ਨਾ ਕਰੋ, ਕਿਉਂਕਿ ਅਗਰ ਤੁਸੀਂ ਸੈਪਟੈਂਬਰ ਇਨਟੇਕ ਦੇ ਵਿੱਚ ਆ ਵੀ ਜਿਹੜੇ ਰੂਲਸ ਹੈ ਉਹ ਅਪਲਾਈ ਨਹੀਂ ਹੋ ਰਹੇ, ਪਲੱਸ ਯੂਨੀਵਰਸਿਟੀਜ਼ ਤੁਹਾਨੂੰ ਕਈ ਤਰ੍ਹਾਂ ਦੀਆਂ ਸਕਾਲਰਸ਼ਿਪ ਦੇ ਰਹੀਆਂ ਨੇ, ਪਲੱਸ ਉਹ ਪੰਜਾਬੀ ਮੀਡੀਅਮ ਵਾਲੇ ਬੱਚਿਆਂ ਨੂੰ ਵੀ ਜਿਹੜਾ ਹੈਗਾ ਜੀ ਉਹਨਾਂ ਦੇ ਇੰਗਲਿਸ਼ ਦੇ +2 ਦੇ ਸਕੋਰ ਦੇ ਬੇਸ ਤੇ ਲਿਜਾ ਰਹੀਆਂ ਨੇ। ਬਟ ਇਹਨਾਂ ਬੱਚਿਆਂ ਨੂੰ ਅੱਗੇ ਜਾ ਕੇ ਸਿੱਧੀ ਪ੍ਰੋਬਲਮ ਹੋ ਜਾਣੀ ਹੈ, ਉਹਨਾਂ ਨੂੰ ਆਈਲੈਟਸ ਚਾਹੀਦਾ ਹੀ ਹੋਊਗਾ। ਸੋ ਬਹੁਤ ਸਾਰੇ ਬੱਚੇ ਇਹਦੇ 'ਚ ਇਨਐਲੀਜੀਬਲ ਹੋ ਸਕਦੇ ਨੇ ਇਸ ਟਾਈਮ UK 'ਚ, ਕਿਉਂਕਿ ਰਿਕੁਆਇਰਮੈਂਟਸ ਦੇ ਹਿਸਾਬ ਨਾਲ ਬੱਚਾ ਬਹੁਤ ਅਪਲਾਈ ਕਰ ਰਿਹਾ, ਬਿਕੋਜ਼ ਕੈਨੇਡਾ ਹੋਲਡ ਤੇ ਆ, ਆਸਟ੍ਰੇਲੀਆ ਇੱਕ ਤਰ੍ਹਾਂ ਹੋਲਡ ਤੇ ਆ। ਸੋ ਜ਼ਿਆਦਾਤਰ ਜਿਹੜਾ ਖਾਸ ਕਰਕੇ ਸਪਾਊਸ ਵੀਜ਼ੇ ਵਾਲਾ ਇੱਥੇ ਨਾਲ ਜਾ ਸਕਦਾ, ਆਪਣੇ ਬੱਚੇ ਨੂੰ ਨਾਲ ਲਿਜਾ ਸਕਦਾ, ਸੋ ਉਹਨਾਂ ਲਈ ਇਹ ਇੱਕ ਵਧੀਆ ਗੇਟਵੇ ਹੋ ਗਿਆ। ਸੋ ਬੱਚੇ ਜ਼ਿਆਦਾ ਅਪਲਾਈ ਕਰ ਰਹੇ ਨੇ, ਔਰ ਐਸੇ ਲਈ ਸ਼ਾਇਦ ਯੂਨੀਵਰਸਿਟੀਜ਼ ਹੁਣ ਆਪਣੀਆਂ ਸਕਾਲਰਸ਼ਿਪਸ ਵੀ ਦਿਨੋਂ ਦਿਨ ਘਟਾ ਰਹੀਆਂ ਨੇ। ਸੋ ਮੇਰੀ ਰਿਕੁਐਸਟ ਇਹੀ ਰਹੂਗੀ ਕਿ ਅਗਰ ਤੁਸੀਂ UK ਜਾਣ ਦਾ ਸੋਚ ਰਹੇ ਹੋ, ਤੁਸੀਂ ਪੜ੍ਹਨ ਜਾਣ ਦੀ ਸੋਚ ਰਹੇ ਹੋ, ਵਿਦੇਸ਼ ਜਾਣ ਦੀ ਸੋਚ ਰਹੇ ਹੋ, ਤਾਂ ਬਿਲਕੁਲ ਵੀ ਜਿਹੜਾ ਟਾਈਮ ਹੈ ਸੈਪਟੈਂਬਰ ਇਨਟੇਕ ਨੂੰ ਲੈ ਕੇ ਖਰਾਬ ਨਾ ਕੀਤਾ ਜਾਵੇ। ਅੱਜ ਦੇ ਲਈ ਇੰਨਾ, ਸਤਿ ਸ਼੍ਰੀ ਅਕਾਲ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।